सतगुर मोह न टुटाई, सब तकी कर्म कमाया, गुरमति नाम तिहाइया, सुख रजा जा तुध पाया, कुल उदारी अपना, तन जमेंदी माया, शोभा सुरत सुहावनी, जिन हर सिद्धि चित लाया, कुल उदारी अपना, तन जड़ेंदी माया, शोभा सुरत सुहावनी, जिन हर सिद्धि चित लाया। वाहिगुरु जी का खालसा, वाहिगुरु जी की फतेह। परम सम्मानयोग गुरु साध संगत जी अपने भागण वाले लोग, गुरु साहिबां दी पावन पवित्र हजूरी अंदर बैठ के पावन दीवाना दीयां हाजरियां पा रहे बाप जी ने बड़े प्यार सत्कार नाल गुरु का दे हजूरी कीर्तनी जते वास्तव श्री आस्था जी दी वार दा कीर्तन श्रवण कीता है। हुण समा इस पावन स्थान दी जागरी मर्यादा अनुसार लड़ीवार गुर शब्दी विचार दा लड़ीवार गुर शब्दी विचार श्रवण करवा रहे हैं। ज्ञानी राजिंदर सिंह जी यूके वाले आओ इसी तरह बड़े प्यार सत्कार नाल बैठ के सरकार जो भाई साहब जी पासों पावन शब्दी विचार श्रवण करिए जी। वाहिगुरु जी का खालसा, वाहिगुरु जी की फतेह। वाहिगुरु जी। डंडोतु बंदन अनक बार, सर्ब कला समृथ, डोलन ते राखो प्रभु, नानक दे कर हथ। पौड़ी तुद आपे जगत उपाय कै, तुद आपे धंधै लाया, महु ठगोली पाए कै, तुद आपो जगत खुआया। वाहिगुरु जी का खालसा, वाहिगुरु जी की फतेह। जुगो जुग अटल पूਰਨ गुरु चमर तख्त दे मालक धन साहिब श्री गुरु ग्रंथ साहिब जी महाराज सच्चे पातशाह जी की पावन पवित्र गोद अंदर ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦੇ ਪਿਆਰ ਵਾਲੀਆਂ ਸੰਗਤਾਂ ਇਲਾਹੀ ਬਾਣੀ ਦਾ ਨਿਤਨੇਮ, ਆਸਾ ਦੀ ਵਾਰ ਮਨੋਹਰ ਬਾਣੀ ਦਾ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਬੜੇ ਹੀ ਪਿਆਰ ਦੇ ਨਾਲ ਸਤਿਗੁਰ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਪੁਰਾਤਨ ਕਾਲ ਤੋਂ ਹੀ ਤਿੰਨ ਤਰੀਕਿਆਂ ਦੇ ਨਾਲ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਮਰਿਆਦਾ ਚਲੀ ਆ ਰਹੀ ਹੈ। ਪਹਿਲਾ ਧਰਮ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਲਾਹੀ ਕੀਰਤਨ ਕੀਤਾ। ਕੀਰਤਨ ਕਰਦਿਆਂ ਕਰਦਿਆਂ ਬੇਅੰਤ ਹਜ਼ਾਰਾਂ ਹੀ ਨਹੀਂ ਕਰੋੜਾਂ ਜੀਵਾਂ ਦਾ ਕਲਿਆਣ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਕੀਤਾ। ਪਸ਼ੂ ਪਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ।
ਜਿਨ੍ਹਾਂ ਦੀ ਮਨਮਿਰਤੀਆਂ ਪਸ਼ੂਆਂ ਦੇ ਵਾਂਗ ਕਠੋਰ ਸੀ। ਬਾਬਰ ਵਰਗੇ ਜ਼ਾਲਮ ਸੀ, ਕੌਡੇ ਰਾਕਸ ਵਰਗੇ। ਰਾਖਸ਼ਾਂ ਦਾ ਵੀ ਕਲਿਆਣ ਸਾਹਿਬਾਂ ਨੇ ਕੀਤਾ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਕੀਰਤਨ ਗੁਰਬਾਣੀ ਵਿਚਾਰ, ਤੀਸਰਾ ਢਾਡੀ ਵਾਰਾ। ਜਿਸ ਧਰਮ ਦੇ ਕੋਲ ਚੜ੍ਹਦੀ ਕਲਾ ਦੀ ਸੋਚ ਨਾ ਹੋਵੇ, ਵਿਚਾਰ ਨਾ ਹੋਵੇ, ਉਹ ਧਰਮ ਕੇਵਲ ਨਾਮ ਧਰੀਕ ਧਰਮ ਰਹਿ ਜਾਂਦੇ ਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਰਮ ਸਰਬ ਸਾਂਝਾ ਧਰਮ ਹੈ। ਪਰਿਪੂਰਨ ਪਰਮਾਤਮਾ ਨੂੰ ਸਮਰਪਣ ਧਰਮ ਹੈ, ਜਿਸ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ, ਅੱਜ ਪੂਰੇ ਵਰਲਡ ਦੇ ਵਿੱਚ ਉਹਨਾਂ ਦੇਸ਼ਾਂ ਦੇ ਰਹਿਣ ਵਾਲੀ ਜਨਤਾ ਚੰਗੀ ਤਰ੍ਹਾਂ ਇਸ ਧਰਮ ਬਾਰੇ ਵਧੀਆ ਸੋਚ ਰੱਖਦੀ ਹੈ। ਔਰ ਜਿਸ ਥਾਂ 'ਤੇ ਇਸ ਧਰਮ ਨੇ ਜਨਮ ਲਿਆ, ਉਹ ਧਰਤੀ ਸ੍ਰੀ ਨਨਕਾਣਾ ਸਾਹਿਬ ਪੰਜਾਬ ਦੀ ਧਰਤ ਹੈ। ਪਰ ਅੱਜ ਗੁਰੂ ਨਾਨਕ ਨੂੰ ਜਾਣਨ ਵਾਲੇ, ਗੁਰੂ ਨਾਨਕ ਨੂੰ ਸਜਦਾ ਕਰਨ ਵਾਲੇ ਵਰਲਡ ਦੇ ਵਿੱਚ ਬੇਅੰਤ ਜੀਵ ਹਨ, ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਾਨਣੇ ਦੇ ਵਿੱਚ ਬੜਾ ਕੁਛ ਪ੍ਰਾਪਤ ਹੋ ਰਿਹਾ। ਜੀਵਨ ਜੀਵਨ ਦੀ ਜਾਂਚ। ਜਿਹੜੇ ਲੋਕ ਹੁਣੇ 2-4 ਦਿਨ ਪਹਿਲਾਂ ਹੀ ਸਾਊਥ ਹਾਲ ਤੋਂ ਇੰਡੀਆ ਦੇ ਵਿੱਚ ਦਾਸ ਆਇਆ, ਤੇ ਉਸੇ ਥਾਂ 'ਤੇ ਵੱਡਾ ਗੁਰੂ ਘਰ ਹੈ। ਵੱਡੇ ਤਾਂ ਸਾਰੇ ਹੀ ਹੁੰਦੇ ਆ, ਪਰ ਉਹ ਇਤਿਹਾਸਕ ਗੁਰੂ ਘਰ, ਜਿੱਥੇ ਸੰਤ ਸਿੰਘ ਮਸਕੀਨ ਜੀ, ਜਸਵੰਤ ਸਿੰਘ ਪਰਵਾਨਾ ਜੀ, ਸ੍ਰੀ ਹਰਿਮੰਦਰ ਸਾਹਿਬ ਦੇ ਗਿਆਨੀ ਜੀ ਅੱਜ ਵੀ ਉੱਥੇ ਕਥਾ ਕਰ ਰਹੇ ਹਨ। ਬਹੁਤ ਗੁਣੀ ਨਿਮਰਤਾ ਵਾਲੇ ਹਨ। ਉੱਥੇ ਪੰਜਾਬੀਆਂ ਤੋਂ ਇਲਾਵਾ ਬ੍ਰਿਟਿਸ਼ ਲੋਕ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਆ ਕਰਕੇ ਸਜਦਾ ਕਰਦੇ ਹਨ। ਉਹਨਾਂ ਨੂੰ ਬਾਣੀ ਦੇ ਵਿੱਚੋਂ ਜੀਵਨ ਜਾਂਚ ਪ੍ਰਾਪਤ ਹੁੰਦੀ ਹੈ। ਬੜਾ ਕੁਛ ਪ੍ਰਾਪਤ ਹੁੰਦਾ ਹੈ। ਅਤੇ ਜਿਹੜੇ ਵੀ ਜੁੜਦੇ ਹਨ ਆਖਦੇ ਹਨ ਕਿ ਜਦੋਂ ਤੋਂ ਅਸੀਂ ਗੁਰੂ ਨਾਨਕ ਦਾ ਆਸਰਾ ਲਿਆ, ਸਾਨੂੰ ਸਕੂਨ ਭਰੀ ਜ਼ਿੰਦਗੀ ਪ੍ਰਾਪਤ ਹੋਈ। ਅਤੇ ਇੰਡੀਆ ਵਿੱਚ ਉਹ ਸ੍ਰੀ ਹਰਿਮੰਦਰ ਸਾਹਿਬ, ਬੰਗਲਾ ਸਾਹਿਬ ਦੇ ਵਿੱਚ, ਪਟਨਾ ਸਾਹਿਬ ਦੇ ਵਿੱਚ ਉਚੇਚੇ ਤੌਰ 'ਤੇ ਪਹੁੰਚਦੇ ਹਨ, ਨਤਮਸਤਕ ਹੁੰਦੇ ਹਨ, ਪ੍ਰਸਾਦ ਵੀ ਲੈ ਕੇ ਜਾਂਦੇ ਹਨ। ਉਹ ਕਹਿੰਦੇ ਸਭ ਤੋਂ ਵੱਡਾ ਗੁਰੂ ਨਾਨਕ ਦਾ ਪ੍ਰਸਾਦ ਗੁਰੂ ਨਾਨਕ ਦੀ ਬਾਣੀ ਹੈ। ਅਤੇ ਜਿਨ੍ਹਾਂ ਨੇ ਬਾਣੀ ਰੂਪ ਪ੍ਰਸਾਦ ਚਖ ਲਿਆ, ਉਸ ਨੂੰ ਹੋਰ ਕਿਸੇ ਪ੍ਰਸਾਦ ਦੀ ਲੋੜ ਨਹੀਂ ਪੈਂਦੀ। ਐਸੀ ਉਹਨਾਂ ਦੀ ਸੋਚ ਤੇ ਵਿਚਾਰ ਹੈ। ਇਹ ਪਾਵਨ ਸ਼ਬਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੋਲ ਹਨ, ਜਿਹੜੇ ਮਨੁੱਖ ਨੂੰ ਮਨੁੱਖਤਾ ਦਾ ਜੀਵਨ ਸਮਝਾਉਂਦੇ ਹਨ ਕਿ ਮਨੁੱਖ ਪਰਿਪੂਰਨ ਪਰਮਾਤਮਾ ਨੇ ਆਪਣੇ ਰੂਪ ਦੇ ਵਿੱਚ ਪ੍ਰਗਟ ਕੀਤਾ। ਪਰਮੇਸ਼ਰ ਜੀ ਨੇ ਪਰਿਪੂਰਨ ਪਰਮਾਤਮਾ ਸੋਹਣੇ ਕੇਸਾਂ ਵਾਲਾ ਹੈ। ਇਸ ਗੱਲ ਨੂੰ ਕਬੀਰ ਸਾਹਿਬ ਵੀ ਸਮਝਾਉਂਦੇ ਹਨ। ਕਬੀਰ ਕੇਸਵ ਕੇਸਵ ਕੂਕੀਐ, ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕ ਨੇ, ਕਬਹੂ ਕੇ ਸੁਨੈ ਪੁਕਾਰ। ਇਹ ਬੰਦੇ ਮਾਲਕ ਦੀ ਯਾਦ ਵਿੱਚ ਜੁੜਿਆ ਰਹਿ ਅਤੇ ਉਸ ਨੂੰ ਯਾਦ ਕਰੀ ਚੱਲ। ਯਾਦ ਕਰਦਿਆਂ ਕਰਦਿਆਂ ਇੱਕ ਦਿਨ ਤੇਰੀ ਪੁਕਾਰ ਅਵਸ ਦਰਗਾਹੇ ਕਬੂਲ ਹੋਵੇਗੀ ਅਤੇ ਉਹ ਮਾਲਕ ਸੁਣੇਗਾ। ਪਰਮ ਪਿਤਾ ਪਰਮੇਸ਼ਰ ਜੋ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ, ਜਿਸ ਦੇ ਬਾਰੇ ਸਾਹਿਬਾਂ ਦੀ ਬਾਣੀ ਤਾਕੀਦ ਕਰਦੀ ਹੈ, ਸਭ ਮੈਂ ਰਬ ਰਿਹਾ ਪ੍ਰਭ ਏਕੈ, ਪੇਖ ਪੇਖ
ਨਾਨਕ ਬਿਗਸਾਈ। ਉਸਨੇ ਰਚਨਾ ਆਪ ਰਚੀ ਤੇ ਰਚ ਕਰਕੇ ਰਚਨਾ ਨੂੰ ਦੇਖ ਕਰਕੇ ਖੁਸ਼ ਹੋ ਰਿਹਾ ਹੈ ਤੇ ਸਾਰੇ ਹੀ ਜੀਵਾਂ ਨੂੰ ਉਹਦੇ ਮੁਤਾਬਕ ਪਦਾਰਥ ਵੀ ਬਖਸ਼ ਰਿਹਾ ਹੈ। ਪਰ ਅੱਜ ਜਿਵੇਂ ਸਵੇਰੇ ਤੋਂ ਬਰਸਾਤ ਹੋ ਰਹੀ, ਮੀਂਹ ਪੈ ਰਿਹਾ, ਇਹਦੇ ਵਿੱਚ ਵੀ ਰੱਬ ਦੇ ਭਗਤ ਬੜਾ ਸੋਹਣਾ ਮਹਿਸੂਸ ਕਰਦੇ ਹਨ। ਮੀਂਹ ਪਿਆ, ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ। ਚਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇ। ਸ਼ੇਖ ਫਰੀਦ ਸਾਹਿਬ ਜਿਨ੍ਹਾਂ ਨੇ ਜੀਵਨ ਦੇ ਬਹੁਤ ਸਾਰੇ ਸਾਲ ਤਾਂ ਆਮ ਸਾਡੇ ਦੇਸ਼ ਦੇ ਸਾਧੂਆਂ ਦੀ ਤਰ੍ਹਾਂ ਜੰਗਲਾਂ ਵਿੱਚ ਦੌੜਦੇ ਹੋਏ ਗੁਜ਼ਾਰੇ, ਵੀ ਸ਼ਾਇਦ ਖੁਦਾ ਕਿਸੇ ਕੋਨੇ 'ਚ ਲੱਭ ਜੇ, ਉੱਥੇ ਉਹਦੀ ਸਾਧਨਾ ਕਰਾਂ। ਪਰ ਅਖੀਰ ਬਾਬਾ ਫਰੀਦ ਸਾਹਿਬ ਨੂੰ ਕਹਿਣਾ ਪਿਆ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ, ਵਸੀ ਰੱਬ ਹੀ ਹਾਲੀਐ, ਜੰਗਲ ਕਿਆ ਢੂੰਡੇ। ਤੂੰ ਜੰਗਲਾਂ ਵਿੱਚ ਨਾ ਲੱਭ, ਰੱਬ ਤਾਂ ਤੇਰੇ ਵਿੱਚ ਹੀ ਵਸਦਾ ਹੈ। ਉਸ ਦੇ ਲਈ ਚਾਰ ਦੀਵਾਰੀ ਦੀ ਮਸੀਤ ਵਿੱਚ ਹੀ ਨਹੀਂ ਬੈਠਿਆ ਹੋਇਆ, ਉੱਥੇ ਧਰਮ ਮੰਦਰ ਹਨ। ਸਜਦਾ ਕਰਨ ਦਾ ਤਰੀਕਾ ਮਿਲ ਸਕਦਾ ਹੈ, ਪਰ ਜਿਸ ਸਜਦੇ ਦੇ ਵਿੱਚ ਫਰੀਦ ਸਾਹਿਬ ਝੁਕ ਜਾਂਦੇ ਸੀ, ਕਈ ਵਾਰੀ ਮੁਲਾਣੇ ਬੜੇ ਹੈਰਾਨ ਹੁੰਦੇ ਸੀ ਕਿ ਐਸੇ ਫਰੀਦ ਸਾਹਿਬ ਝੁਕਦੇ ਸੀ ਕਿ ਕਈ ਕਈ ਮਿੰਟ ਸਜਦੇ ਵਿੱਚ ਰਹਿੰਦੇ ਸੀ। ਕਹਿਣ ਲੱਗੇ, ਫਰੀਦ ਤੂੰ ਬਹੁਤ ਸੋਹਣੇ ਢੰਗ ਨਾਲ ਨਮਾਜ਼ ਅਦਾ ਕਰਦਾ ਹੈ, ਪਰ ਮਰਿਆਦਾ ਤੇ ਪੂਰੀ ਰੱਖਣੀ ਲਾਜ਼ਮੀ ਹੈ। ਤੇ ਜਿਸ ਵੇਲੇ ਫਰੀਦ ਸਾਹਿਬ ਆਪਣੇ ਜੈਨ ਵਿੱਚ ਆਉਂਦੇ ਸੀ, ਉਹ ਦੱਸਦੇ ਸੀ ਕਿ ਮੈਨੂੰ ਜਦੋਂ ਮੈਂ ਸੀਸ ਝੁਕਾਉਂਦਾ, ਚਾਰੇ ਪਾਸੇ ਖੁਦਾ ਦਾ ਹੀ ਨਜ਼ਾਰਾ ਨਜ਼ਰ ਆਉਂਦਾ ਤੇ ਮੇਰੇ ਸਰੀਰ ਵਿੱਚ ਵਾਪਸ ਆਉਣ ਦੇ ਵਿੱਚ ਮੈਨੂੰ ਸਮਾਂ ਲੱਗ ਜਾਂਦਾ। ਫਿਰ ਸਹਿਜੇ ਸਹਿਜੇ ਫਰੀਦ ਸਾਹਿਬ ਨੇ ਆਪਣੇ ਆਪ ਜਿੱਥੇ ਉਹ ਬਹਿ ਕਰਕੇ ਬੰਦਗੀ ਕਰਦੇ ਸੀ, ਉੱਥੇ ਨਮਾਜ਼ ਅਦਾ ਕਰਦੇ ਸੀ। ਕਹਿਣ ਲੱਗੇ, ਤੁਸੀਂ ਤੇ ਆਪ ਜੁੜੇ ਹੋਏ ਹੋ ਔਰ ਉੱਥੇ ਤੱਕ ਪਹੁੰਚੇ ਹੋਏ ਕਿ ਤੁਹਾਨੂੰ ਕਿਸੇ ਮੁਲਾਣੇ ਕੋਲ ਕਲਾਸ ਲੈਣ ਦੀ ਲੋੜ ਨਹੀਂ ਹੈ, ਸਗੋਂ ਤੁਹਾਡੇ ਕੋਲੋਂ ਲੋਕੀ ਇਸਲਾਮ ਦੀ ਕਲਾਸਾਂ ਲੈਣਗੇ। ਤੁਹਾਡੇ ਕੋਲੋਂ ਚਲਦੇ ਫਿਰਦੇ ਹੀ ਗਿਆਨ ਪ੍ਰਾਪਤ ਥੋੜ੍ਹੀ ਜਿਹੀ ਸੰਗਤ ਕਰਨ ਦੇ ਨਾਲ ਮਿਲਾਪ ਹੋਵੇਗਾ। ਐਸੇ ਉਹਨਾਂ ਨੂੰ ਨਮਸਕਾਰ ਕਰਨ ਵਾਲੇ ਕਿਹਾ ਕਰਦੇ ਸੀ। ਉਹ ਕਹਿੰਦੇ, ਮੀਂਹ ਵੀ ਪੈ ਰਿਹਾ ਹੈ, ਚਿੱਕੜ ਵੀ ਬੜਾ ਹੋ ਗਿਆ, ਜਾਣਾ ਵੀ ਗੁਰੂ ਦੇ ਕੋਲ ਹੈ। ਜਿਹੜੇ ਗੁਰੂ ਦੇ ਸੇਵਕ ਸਵੇਰੇ ਤੋਂ ਹੀ ਅੰਮ੍ਰਿਤ ਵੇਲੇ ਤੋਂ ਗੁਰੂ ਨਾਨਕ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹਨ। ਮੈਂ ਵੇਖਿਆ ਭਾਵੇਂ ਕਈਆਂ ਕੋਲ ਗੱਡੀਆਂ ਵੀ ਨਹੀਂ ਹੁੰਦੀ, ਫਿਰ ਵੀ ਤੁਰ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਉਂਦੇ ਨੇ। ਇਹ ਉਹਨਾਂ ਦੀ ਪ੍ਰੇਮਾ ਭਗਤੀ ਦੀ ਇੱਕ ਭਗਤੀ ਦਾ ਉਹੀ ਨਜ਼ਾਰਾ ਜਿਹੜਾ ਫਰੀਦ ਸਾਹਿਬ ਨੂੰ ਮਿਲਿਆ ਕਿ ਭਾਵੇਂ ਚਿੱਕੜ ਹੈ, ਸਭ ਕੁਝ ਹੋ ਰਿਹਾ ਹੈ, ਪਰ ਫਿਰ ਵੀ ਗੁਰੂ ਦਾ ਪਿਆਰ ਆਪਣੀ ਵੱਲ ਖਿੱਚ ਰਿਹਾ। ਐਸੀ ਤਾਂਘ ਉਹਨਾਂ ਦੇ ਮਨ ਵਿੱਚ ਹੈ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬੋਲ ਹਨ, ਜਿੱਥੋਂ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਜਦੋਂ ਸ਼ਬਦ ਆਰੰਭ ਕੀਤਾ, ਪਹਿਲੀ ਪੰਕਤੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਵਿਚਾਰ ਦੀ। ਸ਼ਲੋਕ ਮਹੱਲਾ ਪਹਿਲਾ। ਜਿਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੇਵਾ ਬੋਲੇ, ਕੰਨੀ ਸੁਰਤ ਸਮਾਏ। ਪਰਮ ਪਿਤਾ ਪਰਮਾਤਮਾ ਨੇ ਇਸ ਜੀਵ ਨੂੰ ਸਾਜਿਆ, ਇਹ ਤਨ ਬਖਸ਼ਿਆ, ਸਾਜ ਕਰਕੇ ਐਸੀ ਬਣਤ ਬਣਾਈ ਕਿ ਜਿਹੜਾ ਮਨੁੱਖ ਹੈ ਉਸ ਨੂੰ ਅੱਖਾਂ ਬਖਸ਼ੀਆਂ ਦੇਖਣ ਵਾਸਤੇ।
ਬੋਲਣ ਵਾਸਤੇ ਜ਼ਬਾਨ ਬਖਸ਼ੀ ਹੈ, ਕੰਨ ਸੁਣਨ ਵਾਸਤੇ ਬਖਸ਼ੇ ਹੋਏ ਹਨ, ਤੇ ਚਲਦਿਆਂ ਹੋਇਆਂ ਪੌੜੀ ਤੱਕ ਪਹੁੰਚਦਿਆਂ ਹੋਇਆਂ ਸਤਿਗੁਰੂ ਨਾਨਕ ਦੇਵ ਮਹਾਰਾਜ ਆਖਦੇ ਹਨ ਕਿ ਤੈਨੂੰ ਉਸ ਵਾਹਿਗੁਰੂ ਨੇ ਬੇਸ਼ੁਮਾਰ ਭੰਡਾਰੇ ਦਿੱਤੇ ਹੋਏ ਹਨ, ਬੇਸ਼ੁਮਾਰ ਦੌਲਤ ਬਖਸ਼ੀ ਹੈ, ਪਰ ਤੂੰ ਕਦੇ ਉਹਦਾ ਸ਼ੁਕਰਾਨਾ ਕਰਕੇ ਤਾਂ ਵੇਖ। ਜਿਨ੍ਹਾਂ ਕੋਲ ਅੱਖਾਂ ਨਹੀਂ ਹਨ ਉਹਨਾਂ ਨੂੰ ਅੱਖਾਂ ਦਾ ਮੁੱਲ ਪੁੱਛ ਕਿ ਰੱਬ ਨੇ ਕਿੱਡੀ ਕੀਮਤੀ ਸੁਗਾਤ ਬਖਸ਼ੀ ਹੈ। ਕਈ ਚੰਗੇ ਚੰਗੇ ਕੀਰਤਨੀਏ ਬਹੁਤ ਉਚਪਾਇਦੇ ਨੇ, ਭਾਵੇਂ ਉਹ ਸੂਰਮਾ ਰੂਪ ਵਿੱਚ ਕੀਰਤਨ ਇੰਨਾ ਕਰਦੇ ਹਨ। ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਆਉਂਦੇ ਸੀ, ਆਉਣ ਤੋਂ ਪਹਿਲਾਂ ਹੀ ਸੰਗਤਾਂ ਹਰਿਮੰਦਰ ਸਾਹਿਬ ਦੇ ਵਿੱਚ ਚੌਂਕੜਾ ਮਾਰ ਕੇ ਬਹਿੰਦੀਆਂ ਸੀ ਕਿ ਗਿਆਨੀ ਜੀ ਕੀਰਤਨ ਕਰਨ ਆ ਰਹੇ ਆ। ਹੁਣ ਵੀ ਕਈ ਗੁਰੂ ਦੇ ਕੀਰਤਨੀਏ ਦੇਸਾਂ ਤੋਂ ਲੈ ਕੇ ਦੂਰ ਦੂਰ ਤੱਕ ਕੀਰਤਨ ਕਰਦੇ ਨੇ, ਪਰ ਉਹ ਵੀ ਚਾਹੁੰਦੇ ਨੇ ਹੇ ਨਿਰੰਕਾਰ, ਜਿੱਥੇ ਬੇਸ਼ੁਮਾਰ ਦੌਲਤ ਬਖਸ਼ੀ ਹੈ ਕੀਰਤਨ ਦੀ, ਤੇ ਜੇ ਕਿਤੇ ਅੱਖਾਂ ਇੱਕ ਵਾਰੀ ਖੋਲ ਦੇ ਤੇ ਸੰਸਾਰ ਨੂੰ ਮੈਂ ਤੱਕ ਲਵਾਂ, ਉਹ ਕੁਛ ਵੇਖਾਂ ਜੋ ਦੁਨੀਆ ਵੇਖ ਰਹੀ ਹੈ। ਪਰ ਸਾਧ ਸੰਗਤ ਜੀਓ, ਸੰਸਾਰ ਦੇ ਲੋਕ ਜਾਣਦੇ ਹਨ ਨੇਤਰ ਤਾਂ ਸੁਖਾਲੇ ਹੋ ਜਾਂਦੇ ਨੇ ਦੌਲਤ ਨਾਲ, ਪਰ ਇਹ ਅੱਖਾਂ ਬੰਦ ਕਰਕੇ ਜਦ ਤੀਸਰਾ ਨੇਤਰ ਖੁੱਲ੍ਹਦਾ ਹੈ, ਉਹ ਨੇਤਰ ਖੁੱਲ੍ਹਣ ਦੇ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਆਖਦੇ ਹਨ ਭਾਵੇਂ ਕੋਈ ਨੇਤਰਹੀਣ ਵੀ ਹੋਵੇ, ਉਹ ਇੱਕ ਅਨੰਤ ਨਜ਼ਾਰਾ ਹੈ। ਸੋ ਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰਿਸੋਂ ਕਹੀਨ, ਕੇਤੇ ਤੇਰੇ ਗਾਵਣ ਹਾਰੇ, ਗਾਵਣ ਤੁਧ ਨੋ ਪਾਵਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਨ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਸਾਰੀ ਪੌੜੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਪਏ ਆਖਦੇ ਹਨ ਤੇਰੇ ਦਰਬਾਨ ਬੇਸ਼ੁਮਾਰ ਜੀਵ ਹਨ ਜੋ ਤੈਨੂੰ ਗਾ ਰਹੇ ਹਨ। ਪਰਮੇਸ਼ਰ ਜੀ ਤੇਰੇ ਦਰ ਦੀ ਕੀ ਵਡਿਆਈ ਆਖਾਂ, ਬੜੇ ਬੜੇ ਯੋਧੇ ਧਰਮਰਾਜ ਉਹ ਵੀ ਤੈਨੂੰ ਗਾ ਰਿਹਾ ਹੈ। ਗੋਪੀਆਂ ਕਾਨ ਕਈ ਕ੍ਰਿਸ਼ਨ ਤੇਰੇ ਦੁਆਰੇ ਤੇ ਬੈਠੇ ਹੋਏ ਤੇਰੇ ਗੀਤ ਗਾ ਰਹੇ ਹਨ। ਉਹਨਾਂ ਦੇ ਹੱਥ 'ਚ ਭਾਵੇਂ ਬਾਂਸੁਰੀ ਹੈ, ਪਰ ਉਹਨਾਂ ਦੇ ਵਿੱਚੋਂ ਜੋ ਆਵਾਜ਼ ਨਿਕਲ ਰਹੀ ਹੈ, ਜਿਸ ਨੂੰ ਦੇਖ ਕਰਕੇ ਕਿਸੇ ਵੇਲੇ ਉਹਨਾਂ ਦੇ ਚਾਹਣ ਵਾਲੀਆਂ ਰਾਣੀਆਂ ਸਮੇਤ ਰਾਧਾ ਦੇ ਮਨ ਮੁਗਧ ਹੋ ਜਾਂਦੀਆਂ ਸੀ। ਉਹਨਾਂ ਨੂੰ ਉਸ ਆਵਾਜ਼ ਦੇ ਵਿੱਚ ਉਹ ਤਰੰਗ ਪੈਦਾ ਹੁੰਦੀ ਹੈ ਜੋ ਪਰਮੇਸ਼ਰ ਨਾਲ ਜੋੜਦੀ ਹੈ, ਦੁਨੀਆ ਨਾਲ ਨਹੀਂ, ਦੁਨੀਆ ਦੇ ਮਾਲਕ ਨਾਲ ਜੋੜਨ ਵਾਲੇ। ਇੱਕ ਵਾਰੀ ਕਹਿੰਦੇ ਅੱਧੀ ਰਾਤ ਨੂੰ ਤਾਰਾ ਮੰਡਲ ਚਮਕਦਾ ਹੈ, ਚੰਦ ਆਪਣੀ ਪੂਰਨ ਤੌਰ 'ਤੇ ਜਵਾਨੀ 'ਚ ਦਰਸ਼ਨ ਕਰ ਰਿਹਾ। ਐਸੇ ਦੇ ਵਿੱਚ ਉਹਨੂੰ ਯਾਦ ਕਰਨ ਵਾਲਿਆਂ ਨੇ ਪਰਮੇਸ਼ਰ ਦਾ ਚਿੰਤਨ ਕਰਦਿਆਂ ਕਰਦਿਆਂ ਇੱਕ ਚਿੱਟਾ ਲਿਬਾਸ ਪਾਇਆ, ਚੂँकि ਤਾਰਾ ਮੰਡਲ ਸਫੇਦ ਨਜ਼ਰ ਆਇਆ, ਚੰਦਰਮਾ ਦੀ ਚਾਨਣੀ ਸਫੇਦ ਨਜ਼ਰ ਆਈ। ਉਸ ਨੂੰ ਜੋ ਕੁਛ ਦਿਖਾਈ ਦੇ ਰਿਹਾ ਪ੍ਰਕਾਸ਼ਮਾਨ ਵਿੱਚ ਹੋਇਆ। ਉਸੇ ਤਰ੍ਹਾਂ ਦੀ ਯੂਨੀਫਾਰਮ ਪਾਈ। ਦੇਖ ਕਰਕੇ ਕਹਿੰਦੇ ਜਿਹੜੀ ਮੋਤੀਆਂ ਦੀ ਮਾਲਾ ਉਹ ਵੀ ਚਿੱਟੇ ਰੰਗ ਦੀ ਮਾਲਾ ਹੈ, ਮਣਕੇ ਵੀ ਚਿੱਟੇ ਹਨ। ਮੋਤਿਨ ਕੇ ਹਾਰ ਗਲੇ ਡਾਰ, ਰੁਚ ਸੋ ਸਵਾਰ, ਕਾਹਨ ਜੂਪੇ ਚਲੀ ਕਵੀ, ਸ਼ਾਮ ਰਸਕੇ ਲਈ, ਸੇਤੇ ਸਾਜ ਸਾਜ ਚਲੀ, ਸਾਂਵਰੇ ਕੀ ਪ੍ਰੀਤ ਕਾਜ,
ਚਾਂਦਨ ਮੇ ਰਾਧਾ ਮਾਨੋ ਚਾਂਦਨੀ ਸੀ ਹੋਏਗੀ। ਕਹਿੰਦੇ ਐਸਾ ਚਾਨਣਾ, ਐਸਾ ਉਸ ਨੂੰ ਤਾਰਾ ਮੰਡਲ ਦੇ ਸਮੂਹ ਦੇ ਵਿੱਚੋਂ ਐਸੇ ਤਾਰ ਨਿਕਲਦੇ ਹਨ ਕਿ ਉਸ ਗਾ ਗਾ ਕਰਕੇ ਆਪਣੇ ਮਾਲਕ ਨੂੰ ਯਾਦ ਕਰਦੀ ਹੈ। ਹਰ ਇੱਕ ਸੁਰ ਦੇ ਵਿੱਚ ਉਸ ਦਾ ਮਾਲਕ ਹੈ। ਇਸੇ ਤਰ੍ਹਾਂ ਗੁਰੂ ਨਾਨਕ ਜੀ ਆਖਦੇ ਹਨ ਕਿ ਜਿਸ ਵੇਲੇ ਅਸੀਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਪੂਰੀ ਬਾਣੀ ਦੇ ਵਿੱਚ ਸ਼ੁਰੂਆਤ ਤੋਂ ਜੁੜਾਂਗੇ ਤੇ ਸਾਨੂੰ ਵੀ ਰਸ ਉਸੇ ਤਰ੍ਹਾਂ ਦਾ ਨਿਰੰਕਾਰ ਦਾ ਆਵੇਗਾ। ਉਸ ਰਸ ਦੇ ਲਈ ਬੜੇ ਬੜੇ ਜੋਗੀ ਜਨ ਤਪੱਸਿਆ ਕਰਦੇ ਹਨ, ਭਗਤੀ ਕਰਦੇ ਹਨ। ਧਰੂ, ਪ੍ਰਹਿਲਾਦ, ਅਜਾਮਲ ਜਿਨ੍ਹਾਂ ਨੇ 45 ਛੱਡ ਕੇ ਕੁਰਾਹੇ ਗਏ, ਫਿਰ ਰੱਬ ਦੇ ਨਾਲ ਜੁੜੇ, ਫਿਰ ਵਾਪਸ ਆਣਾ ਪਿਆ। अजामल को अंत काल में नारायण सुधाई, ताको दुख हारियो करना में अपनी पैज बढ़ाई। कहने लगे फिर मालक ने भी उसनों बचाया। तेरे नालों ते भाई जिहड़े नाम भी होने जीव हन, उन्हां तो चंगे पशुआं नूं भी चंगा आख्या। पशु मिले चंगियाइयां, खड़ खावें अमृत दे। जे तू बंदगी नहीं करदा तेरी जिंदगी अजाई जा रही है। बुरकी तां प्रसादे पानी दी जीव जंत छक लैंदे हन, वो भी अपना पालना करते हैं। तू वड्डे महल उसार लैंदा पर रहन वास्ते छोटे मोटे सारे कुली उसार लैंदे हैं। फिर तेरे ते उन्हां पंछियां च की फर्क रह गया? ये फर्क है कि तैनूं रब ने अपने वर्गा बनाया, इसलिए उहदा चिंतन करना अपने भले वास्ते। 84 लख जोन विच उत्तम सो मानस देही, ये बड़ी उत्तम है। साहब आखदे हन आपे जगत उपाय कै, तुध आपे धंधे लाया। सतगुरु नानक देव महाराज आखदे हन जिथे तू इन्ना सोहना रब दा घर संसार बनाया, ऐ मेरे मालक जी मनुख नूं बेअंत दौलत दे के भेजिया। इसनूं जगत नूं पैदा करके उसनूं सारे नूं आपो अपने धंधे विच लाया होया। सारे अपने जंजाल दे विच खचित होए दौड़ी जा रहे हैं। इन्नी तेज दौड़दे हन, कई वारी बंदा अपने आप दे नाल भी गल नहीं करदा। कहन लगे जी साडे कोल तां टाइम ही नहीं, गुरुद्वारे किस तरह जाइए, समा बड़ा कीमती है, दुनियादारी विच ही रुझ जाते हैं, परतदा ही नहीं। जिहड़े मरजीवड़े ने सतसंगी हन वो प्रेरणा करते हैं भाई समा कढ़ के जरूर आया कर। जिन्ना तू समा कढ़ के आवेगा तेरा भला होना। ये जगत नूं बनाया रब ने, तुदे आपे धंधे लाया। अपने आप ही ये जीव नूं ऐसी कर्म गति दे जंजाल विच पाया कि यह अपने बारे, चंगे बारे, सत्संग बारे, बंदगी बारे सोच नहीं सकता। मोह ठगौली पाए कै, ये मोह दे रूप ऐसी ठगमुरी है जिहड़ी अपने आप इंसान नूं भावें वो देश विच होवे परदेश विच ये ठगी जा रही है। तुदे आपो जगत खुआया। इस जगत नूं सारे नूं ऐसे जंजाल च पाया कि हर एक दिन हर एक घड़ी मनुख किते भी बैठिया है, भावें वो बड़ा कुछ सोचता है भगती मार्ग वाल, पर जदों चलदा है फिर उसनूं जंजाल खिंचदा है। इस जगत नूं ऐ मेरे मालक जी काम क्रोध लोभ मोह ऐसियां बेड़ियां हन जिहड़ियां खाई जा रही हैं, जिहड़ी मनुख नूं भगती मार्ग ते चलण वास्ते
ਅੱਗੇ ਨਹੀਂ ਹੋਣ ਦੇ ਰਹੀਆਂ। ਐਸੀ ਬੇੜੀਆਂ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਠੱਗਣ ਵਾਸਤੇ ਜਦੋਂ ਸੱਜਣ ਠੱਗ ਦੇ ਘਰ ਵਿੱਚ ਵਿਹੜੇ ਵਿੱਚ ਆਏ ਤੇ ਗੁਰੂ ਨਾਨਕ ਆਪਣੇ ਆਪ ਚੱਲ ਕੇ ਜਾਇਆ ਕਰਦੇ ਸੀ ਦਵਾਈ ਦੇਣ ਵਾਸਤੇ। ਭਾਈ ਮਰਦਾਨਾ ਜੀ ਉਸ ਦਾ ਰੂਪ ਦੇਖ ਕਰਕੇ ਬੜੇ ਪ੍ਰਸੰਨ ਹੋਏ। ਕਹਿੰਦੇ ਮਹਾਰਾਜ ਸਾਧੂ ਹੋਵੇ ਤੇ ਇਹਦੇ ਵਰਗਾ ਆਵੇ। ਕੈਸੀਆਂ ਸੋਹਣੀਆਂ ਮਾਲਾ ਕਰਮੰਡਲ ਹੈ, ਧਰਮਸ਼ਾਲਾ ਬਣਾਈ ਹੈ, ਲੰਗਰ ਪਾਣੀ ਦੇ ਸਾਧਨ ਮੁਸਲਮਾਨਾਂ ਵਾਸਤੇ, ਦੂਜਿਆਂ ਵਾਸਤੇ। ਕਹਿੰਦੇ ਹਾਂ ਮਰਦਾਨਾ, ਬਿਲਕੁਲ ਤੂੰ ਸਹੀ ਕਹਿ ਰਿਹਾ ਹੈ, ਪਰ ਜੋ ਤੂੰ ਦੇਖ ਰਿਹਾ ਹੈ ਉਹ ਮੈਂ ਨਹੀਂ ਦੇਖ ਰਿਹਾ। ਕਹਿੰਦੇ ਕਿਉਂ? ਕਹਿੰਦੇ ਆਓ ਬੈਠਦੇ ਹਾਂ, ਕੀਰਤਨ ਕਰਦੇ ਹਾਂ। ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਕੀਰਤਨ ਕਰਕੇ ਜੀਵਾਂ ਦਾ ਕਲਿਆਣ ਕਰਦੇ ਹਨ। ਸ਼ਬਦ ਪੜਿਆ ਸੂਈ ਰਾਗ ਦੇ ਵਿੱਚ, ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤੀਆਂ ਜੂਠ ਨਾ ਉਤਰੈ, ਜੇ ਸੋ ਧੋਵਾਂ ਤਿਸ। ਸਾਰਾ ਸ਼ਬਦ ਗਾਇਨ ਕੀਤਾ। ਮਰਦਾਨਾ ਜੀ ਨੂੰ ਕੀਰਤਨ ਤੇ ਹੱਥ ਰੱਖਦੇ ਆ ਰਬਾਬ ਤੇ। ਅੰਦਰੋਂ ਅੰਦਰੀ ਗਿਆਨ ਹੋਇਆ ਕਿ ਜੋ ਬਾਣੀ ਆਖਰੀ ਹੈ ਉਹੀ ਸੱਚ ਹੈ, ਜੋ ਗੁਰੂ ਨਾਨਕ ਜੀ ਆਖਰੇ ਨੇ ਉਹੀ ਸੱਚ ਹੈ। ਸਹਿਜੇ ਸਹਿਜੇ ਸੱਜਣ ਦੇ ਵੀ ਕਪਾਟ ਖੁੱਲ੍ਹਦੇ ਗਏ। ਅਸੀਂ ਕਈ ਵਾਰੀ ਉਸ ਦੇ ਨਾਲ ਇਹ ਲਕਬ ਜੁੜ ਚੁੱਕਿਆ ਹੈ, ਸੱਜਣ ਠੱਗ। ਕਮਾਲ ਦੀ ਗੱਲ ਹੈ, ਉਸ ਦਾ ਕਲਿਆਣ ਹੋ ਗਿਆ। ਸੱਜਣ ਅਸਲੀ ਸੱਜਣ ਬਣ ਗਿਆ। ਕੌਡਾ ਰਾਕਸ ਗੁਰੂ ਨਾਨਕ ਦੀ ਸੰਗਤ ਕਰਕੇ ਫਰਿਸ਼ਤਾ ਬਣ ਗਿਆ। ਪਰ ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ, ਗੁਰੂ ਨਾਨਕ ਜੀ ਅਸੀਂ ਤੇਰੇ ਦਰ ਦੇ ਅੱਜ ਬਾਰੰਬਾਰ ਨਤਮਸਤਕ ਹੋ ਰਹੇ ਹਾਂ। ਕਿਤੇ ਸਾਡੇ ਅੰਦਰੋਂ ਵੀ ਸੱਜਣ ਵਾਲੀ ਖੁਟਿਆਈ ਨਾ ਹੋਵੇ, ਸਾਡੇ ਅੰਦਰ ਵੀ ਨਾ ਉਹ ਕੁਝ ਹੋਵੇ ਜੋ ਕੁਛ ਉਹਨੂੰ ਤੇ ਤੁਸੀਂ ਸਾਰਿਆਂ ਨੂੰ ਸਫੇਦ ਕਰ ਦਿੱਤਾ। ਉਸ ਦੇ ਅੰਦਰ ਚਾਨਣਾ ਹੋ ਗਿਆ। ਭੂਮੀਆਂ ਕਰਮ ਕਰਕੇ ਵੀ ਭੂਮੀਆਂ ਚੋੜ ਤੋਂ ਸੱਜਣ ਬਣ ਗਿਆ। ਚੁੱਕੇ ਉਹਨੇ ਜਿਹੜੀ ਗੱਲ ਮੰਨੀ ਗੁਰੂ ਨਾਨਕ ਦੀ, ਉਹ ਕਿਹੜੀ ਸੀ? ਅੱਜ ਤੋਂ ਬਾਅਦ ਤੂੰ ਸੱਚ ਬੋਲੇਗਾ। ਕਹਿੰਦੇ ਜੀ ਇਹ ਵੀ ਕੰਮ ਕਰਾਂਗਾ। ਅੱਜ ਤੋਂ ਬਾਅਦ ਕਿਸੇ ਨੂੰ ਸਜ਼ਾ ਮਿਲੇ ਤੂੰ ਜਾ ਕਰਕੇ ਉਸ ਦੀ ਬੰਧਨ ਛੁਡਾਇਆ, ਦੱਸੇਗਾ ਇਹ ਗੁਨਾਹ ਨਹੀਂ ਕੀਤਾ। ਸੱਚ ਬੋਲਿਆ ਪਹਿਲੀ ਵਾਰ। ਕਹਿੰਦੇ ਬਸ ਅੱਜ ਹੱਥ ਮਾਰ ਲਿਆ, ਕੱਲ੍ਹ ਦੀ ਲੋੜ ਨਹੀਂ ਪਏਗੀ। ਭੂਮੀਆਂ ਘੋੜੀ ਤੇ ਚੜਿਆ, ਸੋਹਣਾ ਲਿਬਾਸ ਪਾਇਆ। ਪੁੱਛਿਆ ਕਿੱਥੇ ਜਾ ਰਿਹਾ? ਕਹਿੰਦੇ ਤੈਨੂੰ ਨਹੀਂ ਪਤਾ, ਮੈਂ ਤੇ ਚੋਰੀ ਕਰਨ ਆਇਆ। ਕਹਿਣ ਲੱਗੇ ਐਸੀ ਸੋਹਣੀ ਪੱਗ, ਸੋਹਣੀ ਘੋੜੀ ਲਈ, ਇਹ ਚੋਰ ਨਹੀਂ ਹੋ ਸਕਦਾ। ਐਵੇਂ ਅਸੀਂ ਇਹਨੂੰ ਟੋਕਿਆ। ਆਖਰ ਉਹ ਕੁਝ ਉਹਦੇ ਨਾਲ ਹੋਇਆ ਜੋ ਗੁਰੂ ਨਾਨਕ ਜੀ ਚਾਹੁੰਦੇ ਸੀ। ਲੂਣ ਨੂੰ ਹੱਥ ਪੈ ਗਿਆ। ਲੂਣ ਖਾ ਕਰਕੇ ਹਰਾਮ ਨਹੀਂ ਕਰਨਾ। ਤੇ ਕਮਾਲ ਹੈ ਅੱਜ ਦਾ ਸੰਸਾਰ ਕਿ ਜਿੰਨੇ ਗੁਨਾਹ ਅੱਜ ਲੂਣ ਖਾਣ ਵਾਲੇ ਕਰ ਰਹੇ ਹਨ। ਲੂਣ ਵੀ ਗੁਰੂ ਨਾਨਕ ਦਾ ਖਾਣਾ ਹੈ, ਸਿੱਖਿਆ ਵੀ ਲੈਣੀ ਹੈ। ਸਾਡੇ ਨਾਲੋਂ ਹਜ਼ਾਰਾਂ ਗੁਣਾ ਭੂਮੀਆਂ ਵਧੀਆ ਰਹਿ ਗਿਆ, ਬਿਲਕੁਲ ਸਾਫ ਸੁਥਰਾ ਬਣ ਗਿਆ। ਇਹ ਹੈ ਗੁਰੂ ਨਾਨਕ ਦੇ ਚਰਨਾਂ ਦੀਆਂ ਰਹਿਮਤਾਂ। ਸਾਹਿਬ ਜੀ ਆਖਦੇ ਹਨ ਭਾਈ ਸਾਰਿਆਂ ਦਾ ਕਲਿਆਣ ਹੋਵੇਗਾ, ਕੇਵਲ ਆਪਣੇ ਗੁਨਾਹ ਨੂੰ ਆਪਣੇ ਦਿਲ ਵਿੱਚ ਕਬੂਲ ਕਰਕੇ ਵੇਖ। ਮੋਹ ਠਗੋਲੀ ਪਾਇ ਕੈ, ਗੁਰੂ ਨਾਨਕ ਜੀ ਆਖ ਰਹੇ ਹਨ ਐਸੀ ਵਾਹਿਗੁਰੂ ਜੀ ਮੋਹ ਮਮਤਾ ਦੀ ਠਗੋਰੀ ਪਾਈ ਕਿ ਬੰਦਾ ਬਚਣਾ ਬੜਾ ਮੁਸ਼ਕਲ ਹੋ ਜਾਂਦਾ। ਆਪਹੁ ਜਗਤ ਖੁਆਇਆ, ਇਸ ਜਗਤ ਨੂੰ ਆਪੇ ਹੀ ਇਹ ਮੋਹ ਦੀ ਠਗੋਰੀ ਖਾਈ ਜਾ ਰਹੀ ਹੈ। ਨਾਨਕ ਔਗੁਣ ਜੇਤੜੇ, ਤੇਤੜੇ ਗੱਲੀ ਜੰਜੀਰ। ਇੰਨੇ ਔਗੁਣ ਹਨ। ਇੱਕ ਬੇੜੀ ਮਨੁੱਖ ਕੱਟਦਾ ਹੈ,
ਦੂਜੀ ਆਣ ਪੈ ਜਾਂਦੀ ਹੈ, ਦੂਜੀ ਘਟਦਾ ਹੈ, ਫਿਰ ਤੀਜੀ ਆਣ ਪੈ ਜਾਂਦੀ ਹੈ। ਸਹਿਜੇ ਸਹਿਜੇ ਅੰਤ ਸਮਾਂ ਵੀ ਨੇੜੇ ਆ ਜਾਂਦਾ ਹੈ। ਪਰ ਦਿਲ ਤੇ ਹੱਥ ਰੱਖ ਕਰਕੇ ਵੇਖੀਏ ਕਿ ਸਾਰਾ ਕੁਝ ਛੱਡ ਕੇ ਅਸੀਂ ਆਪਣੇ ਆਪ ਨੂੰ ਸੱਚ ਵਾਹਿਗੁਰੂ ਦੇ ਸਮਰਪਣ ਕਰ ਚੁੱਕੇ ਹਾਂ? ਨਹੀਂ ਕਰ ਸਕਦੇ। ਜਦੋਂ ਵੀ ਐਸਾ ਹੋ ਗਿਆ ਤੇ ਮੂੰਹ ਦੀ ਠਗੋਰੀ ਕੁਝ ਵੀ ਨਹੀਂ ਆਖੇਗੀ। ਇਹ ਵਿੱਚ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਾਨੂੰ ਸਾਰਾ ਸੰਸਾਰ ਹੀ ਹਰੀ ਪਰਮੇਸ਼ਰ ਦਾ ਘਰ ਨਜ਼ਰ ਆਵੇਗਾ। ਕਬੀਰ ਸਾਹਿਬ ਜੀ ਆਖਦੇ ਹਨ, ਦੇਹੀ ਮੈਂ ਜਿਦ ਮਨ ਮਉ ਲਾਣਾ, ਸਹਿਜ ਨਿਮਾਜ਼ ਗੁਜ਼ਾਰੈ। ਮੁੱਲਾ ਨੇ ਆਖਿਆ, ਤੁਸੀਂ ਨਮਾਜ਼ ਨਹੀਂ ਪੜ੍ਹਦੇ ਕਬੀਰ, ਦੋਜਕ ਵਿੱਚ ਜਾਣਾ। ਕਹਿੰਦੇ ਨਹੀਂ, ਮੇਰਾ ਜਿਹੜਾ ਮਨ ਹੈ ਨਾ, ਇਹ ਮਸੀਤ ਬਣ ਗਿਆ। ਦੇਹੀ ਮਹਿਜਿਦ ਮਨ ਮੌਲਾਣਾ, ਮੇਰਾ ਜਿਹੜਾ ਮਨ ਹੈ ਅਸਲ ਵਿੱਚ ਮੁੱਲਾ ਬਣ ਗਿਆ। ਜਿਹੜੀ ਨਮਾਜ਼ ਹੈ ਉਹ 24 ਘੰਟੇ ਮੈਂ ਅਦਾ ਕਰਦਾ। ਮੈਨੂੰ 5 ਵੇਲੇ ਜਾਣ ਦੀ ਲੋੜ ਨਹੀਂ ਪੈ ਰਹੀ ਅੱਜ ਮਸੀਤ ਵਿੱਚ। ਜਿੱਥੇ ਮੈਂ ਬੈਠਿਆ ਹੋਇਆ, ਇੱਕ ਇੱਕ ਸੂਈ ਦੇ ਨਾਲ ਜਦੋਂ ਮੈਂ ਤੋਪਾ ਲਾਉਂਦਾ, ਉਸੇ ਵੇਲੇ ਮੈਂ ਉਹਦੇ ਨਾਲ ਜੁੜਿਆ ਹੁੰਦਾ। ਮੈਂ ਤੇ ਵਾਹਿਗੁਰੂ ਦੇ ਨਾਲ ਇੱਕਮਿਕ ਜੁੜਿਆ ਹੋਇਆ। ਕਬੀਰ ਜਾਤ ਜੁਲਾਹਾ ਕਿਆ ਕਰੈ, ਹਿਰਦੈ ਬਸੇ ਗੋਪਾਲ। ਕਬੀਰ ਰਮਈਆ ਕੰਠ ਮਿਲ, ਚੂਕੈ ਸਰਬ ਜੰਜਾਲ। कबीर मेरी जात को सबको हंसने हार, बलिहारी इस जात को जह जपियो सिरजनहार। कहते लोग मैनू हसते ने, आ वेखो जी कबीर जुलाया भी भगत बनन चलिया, पर कहते मैनू बड़ी खुशी होंदी है, हसन वालियां ते तरस भी आउंदा बई ये मैनू हस रहे ते मैं भी तो इन्हां वर्गा। सारे संसार नूं कबीर जी एक अख नाल वेखदे हैं, पर जो कुछ सच हुंदा वो कह देंदे आ। इस करके मुलाने भी नाराज, मेरे वर्गे पंडित भी नाराज। नाराज क्यों ने? जो सच्चाई है वो कबीर साहब बयान कर देंदे आ। कहंदे भाई जो तुसी हो वो कम करा करो। और इत्थे तक भी उन्होंने कहा भी जो तू ब्राह्मण ब्रह्मणी जाया तो आन बाट का है नहीं आया। तुसी मेरे ते हसदे हो, मेरे जड़े आउण दा मार्ग है ना संसार विच, वही तुहाडा मार्ग है। तुसी किसे होरा नहीं आए, सगों जिथों मैं आया उवें तुसी आए। मेरिया नड़ां विच लहू है ते महाराज तुहाडी नड़ां विच दुध होना चाहिए। कहंदे नहीं होया ऐसा। इस वास्ते सारे मनुख सिरजणहार प्रभु ने इक्को जे बनाए हैं। जिहड़ा किसी दे घर च आ गया उसे दी जात बन गई। मैं जुलाया नीरू नीमा दे घर च आया ते मैनू उसे तरह का किता प्राप्त हो गया। पर रब सारियां दा सांझा है। चंद ते सूरज सांझे हैं। ना चंद सूरज नूं कोई कह सकता है चंद्रमा हिंदू है जां मुसलमान है, ना सूरज की कोई जात, सारिਆਂ ਨੂੰ रोशनी दे रहा। जिहड़ी पवन है इस नूं पवन देवता करके सत्कारिया, बाणी दे विच भी सत्कारिया। चंद सूरज का भी सन्मान किया गया। भै भी चलना लख दरियाओ, भै भी सूरज भै भी चंद, सारा कुछ रब रूप मन्निया बाणी दे विच दसम पातशाह जी ने। इसे तरह ही सारी दुनिया नूं जो जो कुछ प्राप्त होया अपने इष्ट दे द्वारा सारे रब दे सांझे लोग हैं। सतगुरु जी आख रहे हैं कि हे भाई कुड़तन साडे मन विच है, बंदियां विच नहीं है। तिशना अंदर अगन है, न तिपतै भुखा तिहाया।
ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਨਾ, ਉਹ ਸਾਡੇ ਅੰਦਰ ਮਚ ਰਹੀ ਹੈ। ਐਸੀ ਅਗਨ ਹੈ ਕਿ ਤ੍ਰਿਪਤੀ ਹੁੰਦੀ ਨਹੀਂ ਤੇ ਭੁੱਖਾ ਦੌੜਿਆ ਫਿਰਦਾ ਹੈ। ਘਰ ਬਾਰ ਤੱਕ ਛੱਡ ਦਿੰਦਾ। ਬਾਬਰ ਨੂੰ ਜਦੋਂ ਗੁਰੂ ਨਾਨਕ ਦਾ ਮੇਲ ਹੋਇਆ ਤੇ ਗੁਰੂ ਨਾਨਕ ਜੀ ਨਹੀਂ ਝੁਕੇ, ਬਾਬਰ ਝੁਕ ਗਿਆ। ਕਹਿਣ ਲੱਗੇ, ਭਾਈ ਹੇ ਸਤਿਗੁਰੂ ਨਾਨਕ ਦੇਵ ਮਹਾਰਾਜ, ਮੇਰੇ ਸਿਪਾਹੀਆਂ ਨੇ ਤੁਹਾਨੂੰ ਵੀ ਫੜ ਕੇ ਲਿਆਂਦਾ, ਇਹ ਬੜਾ ਗੁਨਾਹ ਕੀਤਾ। ਕਹਿਣ ਲੱਗੇ, ਕਿਉਂ? ਜਿਹੜੇ ਬਾਕੀ ਬੈਠੇ ਨੇ ਇਹਨਾਂ ਨੇ ਗੁਨਾਹ ਕੀਤਾ ਸੀ। ਕਹਿੰਦੇ, ਬਾਬਰ ਜੋ ਕੁਛ ਤੂੰ ਲੁੱਟਣ ਵਾਸਤੇ ਆਇਆ, ਕਿਹਦੇ ਵਾਸਤੇ ਲੈ ਰਿਹਾ? ਕਹਿੰਦੇ, ਪਰਿਵਾਰ ਵਾਸਤੇ, ਬੇਗਮ ਵਾਸਤੇ, ਬੱਚਿਆਂ ਵਾਸਤੇ। ਕਹਿਣ ਲੱਗੇ, ਲੋਕਾਂ ਦੇ ਘਰ ਬਾਰ ਤਬਾਹ ਕਰਕੇ ਛੋਟੇ ਛੋਟੇ ਨਿਆਣੇ ਰੋਂਦੇ ਪਏ ਐ, ਉਹਨਾਂ ਦੇ ਪਿਓ ਵੀ ਛੜ ਗਏ ਐ, ਤੇਰੇ ਸਿਪਾਹੀ ਜ਼ੁਲਮ ਕਰਦੇ ਨੇ। ਉਹਦੇ ਨਾਲ ਤੂੰ ਕਹਿੰਦਾ ਮੈਂ ਖੁਦਾ ਨੂੰ ਵੀ ਮੰਨਦਾ। ਕਹਿੰਦੇ, ਇਹ ਝੂਠ ਹੈ। ਬਾਬਰ ਨੇ ਗੁਨਾਹ ਕਬੂਲ ਕੀਤਾ। ਕਹਿੰਦੇ, ਅੱਜ ਤੋਂ ਬਾਅਦ ਮਹਾਰਾਜ ਮੈਂ ਕੋਈ ਗੁਨਾਹ ਨਹੀਂ ਕਰਾਂਗਾ, ਮੇਰੇ ਕੋਲ ਕੁਝ ਭੇਟਾ ਪ੍ਰਵਾਨ ਕਰੋ। ਕਹਿੰਦੇ, ਇੱਕ ਲੁਟੇਰਾ ਕਿਸੇ ਨੂੰ ਕੀ ਦੇ ਸਕਦਾ ਹੈ? ਤੂੰ ਤੇ ਆਪ ਹੀ ਲੁੱਟਣ ਵਾਲਾ ਬੰਦਾ ਹੈ। ਕਹਿ ਨਾਨਕ ਸੁਣ ਬਾਬਰ ਮੀਰ, ਕਹਿ ਨਾਨਕ ਸੁਣ ਬਾਬਰ ਮੀਰ, ਤੁਝ ਤੇ ਮੰਗੈ ਸੋ ਅਹਿਮਕ ਫਕੀਰ। ਉੱਤਰ ਪ੍ਰਦੇਸ਼ ਦੀ ਬੋਲੀ 'ਚ ਅਹਿਮਕ ਕਹਿੰਦੇ ਮੂਰਖ ਨੂੰ। ਕਹਿੰਦੇ, ਤੇਰੇ ਕੋਲ ਮੰਗਣ ਵਾਲਾ ਕੋਈ ਮੂਰਖ ਹੋਵੇਗਾ? ਇੱਕ ਲੁਟੇਰਾ ਦਾਨ ਨਹੀਂ ਕਰ ਸਕਦਾ। ਆਪਣੇ ਕਰਮ ਨੂੰ ਛੱਡ, ਚੰਗੇ ਪਾਸੇ ਲੱਗ। ਕਹਿੰਦੇ, ਮਹਾਰਾਜ ਮੇਰੇ ਗੁਨਾਹ, ਕਹਿੰਦੇ ਜੋ ਕੁਛ ਲੁੱਟਿਆ ਵਾਪਸ ਕਰ, ਤੇ ਜਿਹੜੇ ਰੋਗੀ ਜਿਨ੍ਹਾਂ ਨੂੰ ਤੂੰ ਜ਼ਖਮੀ ਕੀਤਾ ਉਹਨਾਂ ਦਾ ਇਲਾਜ ਕਰ। ਇਹੀ ਇਲਾਜ ਹੈ। ਤੇ ਰਾਜ ਭਾਗ ਉਹ ਵੀ ਮਿਲ ਜਾਏਗਾ ਜੇ ਤੂੰ ਹਲੀਮੀ ਰਾਜ ਕਰੇਗਾ। ਖੈਰ, ਸਮਾਪਤੀ ਕਰਦੇ ਹਾਂ, ਸਮਾਂ ਮੁਕੰਮਲ ਹੋ ਗਿਆ। ਸਹਿਸਾ ਇਹ ਸੰਸਾਰ ਹੈ, ਮਰ ਜਬ ਮੈਂ ਆਇਆ ਜਾਇਆ। ਇਹ ਸੰਸਾਰ ਇਹੋ ਜਿਹਾ ਹੈ, ਜੰਮਦਾ ਹੈ ਫਿਰ ਮਰਦਾ ਹੈ, ਫਿਰ ਮਰਦਾ ਹੈ ਫਿਰ ਜੰਮਦਾ ਹੈ, ਜਮ ਜਮ ਮਰੈ, ਮਰੈ ਫਿਰ ਜੰਮੈ। ਬਹੁਤ ਸਜਾਏ ਪਿਆ ਦੇਸ਼ ਲੰਮੈ। ਮਰਦਾ ਰਹਿੰਦਾ, ਜੰਮਦਾ ਰਹਿੰਦਾ। ਇਹ ਸੋਝੀ ਅੱਜ ਤੋਂ ਹੀ ਸ਼ੁਰੂ ਕਰ ਲਓ। ਇਸ ਦੀ ਸੋਝੀ ਰਵਿਦਾਸ ਮਹਾਰਾਜ ਨੂੰ ਹੋ ਗਈ ਸੀ। ਰਵਿਦਾਸ ਮਹਾਰਾਜ ਆਖਦੇ ਹਨ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਬਹੁਤ ਵਾਰ ਮੈਂ ਆਇਆ ਤੇ ਮੁੜ ਗਿਆ, ਪਰ ਵਾਹਿਗੁਰੂ ਜੀ, ਹੇ ਮੇਰੇ ਪਰਮੇਸ਼ਰ ਜੀ, ਹੁਣ ਮੈਂ ਇਹ ਜਿਹੜੀਆਂ ਘੜੀਆਂ ਤੇਰੇ ਲੇਖੇ ਲਾਉਣੀਆਂ ਨੇ, ਤੇਰੀ ਯਾਦ ਵਿੱਚ ਗੁਜ਼ਾਰਨੀਆਂ ਹਨ, ਤੇਰੇ ਨਾਲ ਜੁੜਨਾ ਹੈ। ਬਿਨ ਸਤਿਗੁਰ ਮੋਹ ਨਾ ਟੁੱਟਈ, ਬਗੈਰ ਪੂਰੇ ਸਤਿਗੁਰ ਤੋਂ ਮੋਹ ਦੀ ਬੇੜੀ ਟੁੱਟਦੀ ਨਹੀਂ। ਇੱਥੇ ਮੈਂ ਜਰਾ ਥੋੜ੍ਹਾ ਜਿਹਾ ਇੱਕ ਸੈਕਿੰਡ ਲਈ ਰੁਕਦਾ। ਬਈ ਸਤਿਗੁਰ ਜੀ ਆਖ ਰਹੇ ਹਨ, ਰਾਹ ਟਿਕਾਓ ਦੀ ਪੰਕਤੀ ਬੜੀ ਕਮਾਲ ਦੀ ਹੈ ਕਿ ਬਿਨ ਸਤਿਗੁਰ ਮੋਹ ਨਾ ਟੁੱਟਈ। ਸਤਿਗੁਰ ਪਾਸ ਆ ਗਏ ਹਾਂ ਅਸੀਂ, ਬੇੜੀ ਫਿਰ ਸਾਡੀ ਟੁੱਟਦੀ ਨਹੀਂ। ਇੱਕ ਸੈਕਿੰਡ ਵਿੱਚ ਹੀ ਟੁੱਟ ਵੀ ਸਕਦੀ ਹੈ। ਜਦੋਂ ਅਸੀਂ ਆਪਣੇ ਸਤਿਗੁਰਾਂ ਦਾ ਆਖਿਆ ਮੰਨਾਂਗੇ, ਬਚਨ ਮੰਨਾਂਗੇ, ਫਿਰ ਬੇੜੀ ਟੁੱਟੇਗੀ। ਜਦੋਂ ਅਸੀਂ ਉੱਥੇ ਹੀ ਖੜੇ ਰਹਾਂਗੇ ਜਿੱਥੇ ਖੜੇ ਹਾਂ, ਫਿਰ ਗੱਲ ਬਣਦੀ ਨਹੀਂ। ਅਖੀਰਲੀ ਪੰਕਤੀ ਸਮਝਾਉਂਦੀ ਹੈ, ਗੁਰਮਤੀ ਨਾਮ ਧਿਆਈ ਹੈ। ਸਤਿਗੁਰ ਦੇ ਕੋਲੋਂ ਕੀ ਮਿਲਿਆ? ਨਾਮ, ਮਰਿਆਦਾ ਮਿਲੀ। ਮਰਿਆਦਾ ਦੇ ਮੁਤਾਬਕ ਗੁਰਮਤੀਆ ਸਿੱਖ ਬਣ ਗਿਆ। ਗੁਰਮਤੀ ਨਾਮ ਧਿਆਈ ਹੈ। ਗੁਰਮਤ ਨੂੰ ਪ੍ਰਾਪਤ ਕਰਕੇ ਨਾਮ ਜਪਣਾ, ਫਿਰ ਤੈਨੂੰ ਸੁੱਖ ਮਿਲੇਗਾ, ਰਜ ਵੀ ਜਾਏਗਾ। ਤੁਧ ਭਾਇਆ ਤੇ ਮਾਲਕ ਵਾਹਿਗੁਰੂ ਨੂੰ ਚੰਗਾ ਲੱਗੇਗਾ। ਕੁਲ ਉਧਾਰੇ ਆਪਣਾ, ਧਨ ਜਣੇ ਦੀ ਮਾਇਆ। ਕੁਲ ਦਾ ਵੀ ਉਧਾਰ ਹੋ ਜਾਂਦਾ ਹੈ, ਉਹ ਮਾਂ ਵੀ ਧਨ ਹੋ ਜਾਂਦੀ ਹੈ ਜਿੱਤੋਂ ਤੂੰ ਜਨਮ ਲਿਆ। ਸੋਭਾ ਸੁਰਤ ਸੁਹਾਵਣੀ, ਸੰਸਾਰ ਵਿੱਚ ਸੋਭਾ ਵੀ ਹੋਵੇਗੀ। ਸੁੱਤ ਨੂੰ ਟਿਕਾ ਕਰਕੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਜਿਨ ਹਰ ਸੇਤੀ ਚਿਤ ਲਾਇਆ। ਜਿਹੜੇ ਜਿਹੜੇ ਜੀਵ ਹਰੀ ਮਾਲਕ ਦੇ ਬਣ ਗਏ,
ਉਹਨਾਂ ਨੇ ਸਤਿਗੁਰ ਦਾ ਮਾਰਗ ਅਖਤਿਆਰ ਕੀਤਾ। ਜਿਵੇਂ ਸਤਿਗੁਰਾਂ ਨੇ ਸਿੱਖਿਆ ਦਿੱਤੀ ਉਹ ਚੱਲ ਕਰਕੇ ਲੋਕ ਸੁਖੀ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਵੈ ਆਪੇ ਮੇਲੇ। ਇੱਥੇ ਦਾਸ ਸਮਾਪਤੀ ਕਰਦਾ ਹੈ। ਸਾਧ ਸੰਗਤ ਜੀ, ਇਹੋ ਹਾਜ਼ਰੀ ਕਬੂਲ ਕਰਨਾ, ਕਈ ਤਰੁੱਟੀਆਂ ਰਹਿ ਜਾਂਦੀਆਂ ਹਨ। ਸਾਰੀਆਂ ਸੰਗਤਾਂ ਸਤਿਕਾਰਯੋਗ, ਸਾਰਿਆਂ ਦਾ ਧੰਨਵਾਦ, ਗੁਰੂ ਦੇ ਪਿਆਰਿਆਂ ਦਾ। ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।